हेलो स्टूडेंट्स, अज अहीं करना है ऑर्गेनिज्म शो वैरायटी इन सैल नंबर शेप एंड साइज़। ये अहीं सैल चैप्टर ही करते पे हैं। ਇਹਦੇ ਵਿੱਚ ਹੁਣ ਉਹਨਾਂ ਨੇ ਕੀ ਕਹਿ ਦਿੱਤਾ ਹੈ ਕਿ ਆਰਗੈਨਿਜ਼ਮਸ ਜਿਹੜੇ ਆ ਉਹਨਾਂ ਦੇ ਵਿੱਚ ਸੈੱਲ ਦੇ ਨੰਬਰ ਸ਼ੇਪ ਅਤੇ ਸਾਈਜ਼ ਦੇ ਵਿੱਚ ਵੈਰਾਈਟੀ ਜਿਹੜੇ ਆ ਉਹ ਸ਼ੋ ਹੁੰਦੀ ਹੈ। ਸਾਰੇ ਜਿਹੜੇ ਲਿਵਿੰਗ ਆਰਗੈਨਿਜ਼ਮਸ ਹੈ ਬਣੇ ਤੇ ਸੈੱਲ ਤੋਂ ਹੁੰਦੇ ਆ, ਪਰ ਉਹਨਾਂ ਦੇ ਸੈੱਲ ਦੇ ਨੰਬਰ ਸ਼ੇਪ ਅਤੇ ਸਾਈਜ਼ ਦੇ ਵਿੱਚ ਵੇਰੀਏਸ਼ਨ ਆ ਜਾਂਦੀ ਹੈ। ਕਿਸ ਤਰ੍ਹਾਂ ਉਹ ਇਹਨਾਂ ਨੇ ਐਕਸਪੈਰੀਮੈਂਟਸ ਕਰ ਕਰਕੇ ਦੇਖੇ, ਰਿਸਰਚ ਕੀਤੀ। ਕਿਸੇ ਵੀ ਸੈੱਲ ਨੂੰ ਸਟੱਡੀ ਕਰਨ ਤੋਂ ਪਹਿਲਾਂ ਉਹਨੂੰ ਸਟੇਨ ਕਰ ਲਿਆ, ਸਟੇਨਸ ਯੂਜ਼ ਕਰਕੇ ਉਹਨੂੰ ਹਾਈਲਾਈਟ ਜਿਹੜਾ ਕਰਵਾ ਲਿਆ ਜਾਂਦਾ ਤਾਂ ਕਿ ਅਸੀਂ ਇੱਕ ਸੈੱਲ ਦਾ ਡਿਟੇਲਡ ਸਟਰਕਚਰ ਜਿਹੜਾ ਹੈ ਉਹ ਸਟੱਡੀ ਕਰ ਸਕੀਏ। ਕਿਉਂਕਿ ਜਦੋਂ ਅਸੀਂ ਡਾਈ ਯੂਜ਼ ਕਰਦੇ ਹਾਂ, ਸਟੇਨ ਯੂਜ਼ ਕਰਦੇ ਹਾਂ, ਸਾਨੂੰ ਜਿਹੜਾ ਸੈੱਲ ਹੈ ਉਹਦੇ ਕਲਰ ਪਾਰਟਸ ਜਿਹੜੇ ਆ ਕਲਰਫੁਲ ਜਿਹੜੇ ਆ ਦਿਖਦੇ ਆ। ਇਹਦੇ ਨਾਲ ਕੀ ਹੁੰਦਾ ਹੈ, ਸਾਨੂੰ ਸਟੱਡੀ ਕਰਨ ਦੇ ਵਿੱਚ ਆਸਾਨੀ ਆ ਜਾਂਦੀ ਹੈ, ਕਲੈਰਿਟੀ ਆ ਜਾਂਦੀ ਹੈ ਥੋੜ੍ਹੀ। ਹੁਣ ਕਹਿੰਦੇ ਬਹੁਤ ਸਾਰੇ ਮਿਲੀਅਨਸ ਆਫ ਲਿਵਿੰਗ ਆਰਗੈਨਿਜ਼ਮਸ ਪ੍ਰੈਜੈਂਟ ਹੈ ਆਪਣੀ ਅਰਥ ਦੇ ਉੱਤੇ, ਹੈ ਨਾ। ਅਤੇ ਉਹਨਾਂ ਸਾਰਿਆਂ ਦੀ ਸ਼ੇਪ ਜਿਹੜੀ ਹੈ, ਸਾਈਜ਼ ਹੈ, ਉਹ ਅਲੱਗ ਹੈ। ਕਿਉਂਕਿ ਕਈ ਮਲਟੀ ਸੈਲੂਲਰ ਹੈ, ਕਈ ਸਿੰਗਲ ਸੈੱਲ ਦੇ ਬਣੇ ਹੁੰਦੇ ਆ, ਯੂਨੀਸੈਲੂਲਰ ਹੈ, ਹੈਗੇ ਸਾਰੇ ਲਿਵਿੰਗ ਆਰਗੈਨਿਜ਼ਮ ਹੈ। ਇਹਦਾ ਮਤਲਬ ਪਹਿਲਾਂ ਕਿੱਥੇ ਵੇਰੀਏਸ਼ਨ ਆ ਗਈ, ਯੂਨੀਸੈਲੂਲਰ ਦੇ ਵਿੱਚ ਉਹ ਇੱਕੋ ਸੈੱਲ ਦੇ ਬਣੇ ਹੋਏ ਆ, ਮਲਟੀ ਸੈਲੂਲਰ ਦੇ ਵਿੱਚ ਉਹ ਬਹੁਤ ਸਾਰੇ ਸੈੱਲ ਸੇ ਬਣੇ ਹੋਏ ਆ। ਜਿਵੇਂ ਹਿਊਮਨ ਬੀਂਗਸ, ਅਸੀਂ ਬਹੁਤ ਸਾਰੇ ਸੈੱਲ ਸੇ ਬਣੇ ਹੋਏ ਆ, ਤਾਂ ਹੀ ਸਾਡਾ ਸਰੀਰ ਜਿਹੜਾ ਉਹ ਐਡਾ ਵੱਡਾ ਹੈ, ਐਡਾ ਕੰਪਲੈਕਸ ਹੈਗਾ, ਹੈ ਨਾ। ਜਿੰਨਾ ਜ਼ਿਆਦਾ ਉਹ ਐਡਵਾਂਸ ਹੋਈ ਜਾਂਦੇ, ਜਿੰਨੇ ਜ਼ਿਆਦਾ ਸੈੱਲਸ ਦਾ ਨੰਬਰ ਵਧੀ ਜਾਂਦਾ ਹੈ ਨਾ, ਉਹ ਓਨਾ ਐਡਵਾਂਸ ਹੋਈ ਜਾਂਦਾ। ਜਿਵੇਂ ਯੂਨੀਸੈਲੂਲਰ ਆਰਗੈਨਿਜ਼ਮਸ ਆ, ਉਹ ਇੰਨੇ ਐਡਵਾਂਸ ਨਹੀਂ ਹੋਣਗੇ, ਉਹਨਾਂ ਦੇ ਵਿੱਚ ਔਰਗਨ ਸਿਸਟਮ ਵੀ ਨਹੀਂ ਹੋਣਗੇ, ਕਿਉਂਕਿ ਉਹਨਾਂ ਵਿੱਚ ਸੈੱਲ ਹੀ ਇੱਕੋ ਹੈਗਾ। ਔਰਗਨ ਸਿਸਟਮ ਤਾਂ ਬਣੂਗਾ ਨਾ ਜੇਕਰ ਸੈੱਲ ਦਾ ਜਿਹੜਾ ਨੰਬਰ ਹੈ ਉਹ ਵਧੂਗਾ। ਜਦੋਂ ਸੈੱਲ ਦਾ ਨੰਬਰ ਵਧੂਗਾ ਤਾਂ ਉਹ ਟਿਸ਼ੂ ਬਣੇਗਾ ਤਾਂ ਔਰਗਨ, ਪਰ ਸੈੱਲ ਦਾ ਤਾਂ ਨੰਬਰ ਹੀ ਨਹੀਂ ਵਧਿਆ, ਹੈ ਨਾ। ਅੱਗੋਂ ਕਹਿੰਦੇ ਪਏ ਹੈ ਔਰਗਨ ਦਾ ਸਾਈਜ਼ ਵੀ, ਸ਼ੇਪ, ਨੰਬਰ ਜਿਹੜਾ ਉਹ ਵੇਰੀ ਕਰ ਜਾਂਦਾ ਹੈ ਨਾ। ਜ਼ਰੂਰੀ ਨਹੀਂ ਹੈ ਕਿ ਸਾਰੇ ਲਿਵਿੰਗ ਆਰਗੈਨਿਜ਼ਮਸ ਦੇ ਵਿੱਚ ਬਹੁਤ ਸਾਰੇ ਔਰਗਨ ਸਿਸਟਮਸ ਹੋਣ ਹਰ ਇੱਕ ਕੰਮ ਨੂੰ ਪਰਫੋਰਮ ਕਰਨ ਦੇ ਲਈ, ਕਿਉਂਕਿ ਐਵੋਲਿਊਸ਼ਨ ਹੋਈ, ਮਤਲਬ ਹਮੇਸ਼ਾ ਤੋਂ ਇਨਸਾਨ ਧਰਤੀ ਉੱਤੇ ਪ੍ਰੈਜੈਂਟ ਨਹੀਂ ਹੀ ਹੈਗੇ। ਸਭ ਤੋਂ ਪਹਿਲਾਂ ਛੋਟੇ ਜੀਵ ਜੰਤੂ ਆਏ, ਉਹਨਾਂ ਤੋਂ ਹੌਲੀ ਹੌਲੀ ਕੰਪਲੈਕਸਿਟੀ ਵਧੀ, ਫਿਰ ਐਂਡ 'ਤੇ ਜਾ ਕੇ ਹਿਊਮਨ ਬੀਂਗਸ ਆਏ। ਇਹਦਾ ਮਤਲਬ ਸ਼ੁਰੂ ਵਿੱਚ ਲਾਈਫ ਜਿਹੜੀ ਆ ਉਹ ਬਹੁਤ ਸਿੰਪਲ ਇਹ ਨਹੀਂ ਮਤਲਬ ਕਿ ਉਹ ਖਾਣਾ ਪੀਣਾ ਸਿੰਪਲ ਹੋ ਜਾਏਗਾ। ਸਿੰਪਲ ਦਾ ਮਤਲਬ ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਸੈੱਲ ਦਾ ਨੰਬਰ, ਸਟਰਕਚਰ, ਸ਼ੇਪ ਜਿਹੜੀ ਸੀ ਉਹ ਬਹੁਤ ਸਿੰਪਲ ਸੀ। ਫਿਰ ਜਦੋਂ ਸੈੱਲ ਦਾ ਨੰਬਰ ਵਧਿਆ, ਉਹਦੀ ਸ਼ੇਪ, ਸਾਈਜ਼, ਇਹਦਾ ਵਿੱਚ ਸਾਰਿਆਂ ਦੇ ਵਿੱਚ ਕੀ ਆ ਗਿਆ, ਵੇਰੀਏਸ਼ਨ ਆ ਗਈ। ਹੁਣ ਅਸੀਂ ਸਭ ਤੋਂ ਪਹਿਲਾਂ ਨੰਬਰ 'ਤੇ ਸੈੱਲ ਦੇ ਨੰਬਰ 'ਤੇ ਡਿਸਕਸ਼ਨ ਕਰਨੀ ਹੈ। ਕਹਿੰਦੇ ਐਡਾ ਵੱਡਾ, ਕਿੰਨਾ ਵੱਡਾ ਟਰੀ ਹੈ ਅਤੇ ਕਿਹੜੇ ਵੱਡੇ ਹਿਊਜ ਐਨੀਮਲਸ ਹੈਗੇ ਆ। ਜਿਵੇਂ ਐਲੀਫੈਂਟ ਹੈਗਾ, ਤੁਸੀਂ ਅੰਦਾਜ਼ਾ ਵੀ ਲਾ ਸਕਦੇ ਜੇ ਕਿ ਉਹ ਕਿੰਨੇ ਸੈੱਲਸ ਦਾ ਬਣਿਆ ਹੋਏਗਾ। ਕਹਿੰਦੇ ਦਾ ਨੰਬਰ ਜਿਹੜਾ ਹੈ ਨਾ ਉਹ ਬਸ ਹਜ਼ਾਰਾਂ ਦੇ ਵਿੱਚ ਜਾਂ 100 ਦੇ ਵਿੱਚ ਨਹੀਂ ਹੋਏਗਾ, ਉਹ ਬਿਲੀਅਨ, ਟ੍ਰਿਲੀਅਨਸ ਦੇ ਵਿੱਚ ਹੋ ਜਾਏਗਾ। ਹਿਊਮਨ ਬੋਡੀ ਦੇ ਵਿੱਚ ਹੀ ਟ੍ਰਿਲੀਅਨ ਆਫ ਸੈੱਲਸ ਹੁੰਦੇ ਆ। ਅਤੇ ਜਿਵੇਂ ਹੁਣ ਇਹ ਸੈੱਲ ਹੈ ਨਾ, ਇਹ ਮਤਲਬ ਰਿਪੇਅਰ ਹੁੰਦੇ ਰਹਿੰਦੇ ਆ, ਇਹ ਮਰਦੇ ਰਹਿੰਦੇ ਆ, ਨਵੇਂ ਸੈੱਲਸ ਬਣਦੇ ਰਹਿੰਦੇ ਆ, ਠੀਕ ਹੈ। ਜਿਵੇਂ ਸਾਡੇ ਵਿੱਚ ਰੈੱਡ ਬਲੱਡ ਸੈੱਲਸ ਹੈਗੇ ਆ, ਹੈ ਨਾ, ਰੈੱਡ ਬਲੱਡ ਸੈੱਲਸ ਹੈ, WBC ਹੈਗੇ ਆ, ਵਾਈਟ ਬਲੱਡ ਸੈੱਲਸ, ਹੈ ਨਾ। ਇਹਨਾਂ ਦਾ ਇੱਕ ਸਪੈਸੀਫਿਕ ਟਾਈਮ ਹੁੰਦਾ, ਇੰਨੇ ਕੁ ਟਾਈਮ ਦੇ ਲਈ ਇਹ ਜਿੰਦਾ ਰਹਿੰਦੇ ਆ, ਬਾਅਦ ਵਿੱਚ ਫਿਰ ਮਰ ਜਾਂਦੇ ਆ। ਮਰਦੇ ਇਨ ਦਾ ਸੈਂਸ ਕਿ ਉਹਨਾਂ ਦੇ ਵਿੱਚ ਕਪੈਸਿਟੀ ਖਤਮ ਹੋ ਜਾਂਦੀ ਹੈ ਕੰਮ ਕਰਨ ਦੀ, ਅਤੇ ਫਿਰ ਨਵੇਂ ਸੈੱਲ ਜਿਹੜੇ ਬਣ ਜਾਂਦੇ ਆ। ਹੁਣ ਜਦੋਂ ਅਸੀਂ ਕੰਮ ਕਰਦੇ ਹਾਂ, ਸੈੱਲਸ ਟੁੱਟਦੇ ਭੱਜਦੇ ਰਹਿੰਦੇ ਆ, ਉਹਨਾਂ ਦੀ ਰਿਪੇਅਰ ਹੁੰਦੀ ਰਹਿੰਦੀ ਹੈ। ਕਿਸ ਤਰ੍ਹਾਂ ਜਿਹੜਾ ਅਸੀਂ ਖਾਣਾ ਖਾਂਦੇ ਉਹਦੇ ਤੋਂ ਸਾਨੂੰ ਐਨਰਜੀ ਮਿਲਦੀ ਹੈ। ਹੁਣ ਜਿਵੇਂ ਮੈਂ ਹੁਣੇ ਗੱਲ ਕੀਤੀ ਕਿ ਲਾਈਫ ਸਪੈਨ RBCs ਦਾ ਕਿੰਨਾ ਹੁੰਦਾ। RBC ਹੈ ਨਾ ਜਿਹੜੇ ਰੈੱਡ ਬਲੱਡ ਸੈੱਲਸ, ਇਹ ਕੀ ਲੈ ਕੇ ਜਾਂਦੇ ਆ, ਆਕਸੀਜਨ ਲੈ ਕੇ ਜਾਂਦੇ ਆ ਸਾਡੇ ਪੂਰੇ ਸਰੀਰ ਦੇ ਵਿੱਚ। ਸਾਡੇ ਪੂਰੇ ਸਰੀਰ ਦੇ ਵਿੱਚ ਵੀ ਆਕਸੀਜਨ ਲੈ ਕੇ ਜਾਣ ਦੇ ਲਈ ਸੈੱਲਸ ਹੈਗੇ ਆ। ਅਤੇ ਇਹ ਸਾਰੇ RBC ਹੈ ਨਾ, ਇਹਨਾਂ ਦੇ ਵਿੱਚ ਹੀਮੋਗਲੋਬਿਨ ਜਾਂਦਾ, ਜਿਹਦੇ ਕਰਕੇ ਸਾਡਾ ਜਿਹੜਾ ਸਰੀਰ ਹੈ ਉਹਦੇ ਵਿੱਚ ਜਿਹੜਾ ਖੂਨ ਹੈ ਉਹ ਰੈੱਡ ਕਲਰ ਦਾ ਹੁੰਦਾ। ਇਹ ਕਹਿੰਦੇ ਇਹਨਾਂ ਦਾ ਜਿਹੜਾ ਲਾਈਫ ਸਪੈਨ ਹੈ ਨਾ, ਮਤਲਬ ਇਹ ਜਿੰਦਾ ਰਹਿੰਦੇ ਆ 120 ਦਿਨਾਂ ਦੇ ਲਈ, ਠੀਕ ਹੈ। ਕਈ ਕਹਿੰਦੇ ਆ ਕਿ ਇਹ 115 ਦਿਨਾਂ ਦੇ ਰਹਿੰਦੇ ਆ, ਪਰ ਇਹਨਾਂ ਨੇ ਐਵਰੇਜ ਕੱਢੀ ਕਿ ਇਹ 120 ਦਿਨਾਂ ਦੇ ਲਈ ਜਿੰਦਾ ਰਹਿੰਦੇ ਆ। ਇਹਦਾ ਮਤਲਬ ਸਾਰੇ ਸੈੱਲਸ ਦਾ ਜਿਹੜਾ ਲਾਈਫ ਸਪੈਨ ਹੈ ਉਹ ਅਲੱਗ ਅਲੱਗ ਹੁੰਦਾ ਹੈ, ਅਤੇ ਇਹ ਸੈੱਲ ਜਿਹੜੇ ਆ ਮਰਦੇ ਰਹਿੰਦੇ ਆ, ਨਵੇਂ ਬਣਦੇ ਰਹਿੰਦੇ ਆ, ਠੀਕ ਹੈ। ਇਹਨਾਂ ਦੀ ਸ਼ੇਪ ਜਿਹੜੀ ਆ ਉਹ ਵੀ ਅਲੱਗ ਹੁੰਦੀ ਹੈ। ਜਿਵੇਂ ਮੈਂ ਤੁਹਾਨੂੰ ਹੁਣੇ ਦੱਸਦੀ ਹਾਂ, ਜਿਹੜਾ ਆਪਣੇ ਹੈਗੇ ਆ ਨਾ RBC, ਉਹ ਓਵਲ ਜੀ ਸ਼ੇਪ ਦੇ ਹੈਗੇ ਆ, ਇਸ ਤਰ੍ਹਾਂ ਦੇ, ਠੀਕ ਹੈ। ਅਤੇ ਰੈੱਡ ਕਲਰ ਦੇ ਤਾਂ ਹੁੰਦੇ ਆ ਕਿਉਂਕਿ ਉਹਨਾਂ ਦੇ ਵਿੱਚ ਹੀਮੋਗਲੋਬਿਨ ਪ੍ਰੈਜੈਂਟ ਹੁੰਦਾ, HB ਜਿਹਨੂੰ ਕਹਿੰਦੇ ਆ, ਹੈ ਨਾ। ਅਤੇ ਹੁਣ ਅਸੀਂ ਅੱਗੋਂ ਵੇਖਦੇ ਹਾਂ, ਅੱਗੋਂ ਕੀ ਕਹਿੰਦੇ ਪਏ ਆ ਕਿ ਕਹਿੰਦੇ
ਇੱਥੋਂ ਆ ਜਾਂਦੇ ਹੁਣ ਅਸੀਂ ऑर्गेनिजम्स ਜਿਹੜੇ ਹੈ ਉਹ ਜਿਹੜੇ ਇੱਕ ਸੈੱਲ ਤੋਂ ਜ਼ਿਆਦਾ ਸੈੱਲਸ ਦੇ ਬਣੇ ਹੋਣ ਮਲਟੀ ਸੈਲੂਲਰ ऑर्गेनिजम्स ਇਹਦੇ ਵਿੱਚ ਸਭ ਤੋਂ ਵੱਡੀ ਐਗਜ਼ਾਮਪਲ ਅਸੀਂ ਖੁਦ ਹੈਗੇ ਹਾਂ ਹਿਊਮਨ ਬੀਇੰਗਸ ਮਲਟੀ ਸੈਲੂਲਰ ਹੈ ਠੀਕ ਹੈ कैट्स डॉग्स एलीफेंट लाइन ये सब की गए मल्टी सैलूलर ऑर्गेनिज्म ये एक सैल के नहीं बने हुए ये बहुत ज़्यादा सैल से बने तां ही असीं अपनी अखां दे नाल इन्हां नूं वेख पाने आ हुण जिहड़ा नंबर है ना कहते द नंबर ऑफ सैल्स बीइंग less in smaller organism does not in any way affect the functioning of the organism हुण जिन्हां दे विच नंबर घट हैगा सैल्स दा इहदा मतलब ये नहीं है कि वो खांदे पींदे नहीं हैगे ਉਹਨਾਂ ਦੀ ਕਹਿੰਦੇ ਫੰਕਸ਼ਨਿੰਗ ਦੇ ਵਿੱਚ ਇਫੈਕਟ ਨਹੀਂ ਕਰਦਾ ਇਹਦਾ ਮਤਲਬ ਰੱਬ ਨੇ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਨਾ ਉਹ ਥੋੜ੍ਹਾ ਜਿਹਾ ਡਿਫਰੈਂਟ ਕਰਤਾ ਹੋਊਗਾ ਕੀ ਕਰਤਾ ਹੋਊਗਾ ਉਹਨਾਂ ਦੇ ਵਿੱਚ ਔਰਗਨਸ ਨਹੀਂ ਹੋਣਗੇ ਉਹ ਸਿੱਧਾ ਹੀ ਆਪਣੇ ਸਰੀਰ ਤੋਂ ਕੁਛ ਕਰ ਲੈਂਦੇ ਹੋਣਗੇ ਜਿਵੇਂ ਮੈਂ ਤੁਹਾਨੂੰ ਅੱਗੇ ਜਾ ਕੇ ਅਮੀਬਾ ਦਾ ਦੱਸੂਗੀ ਕਿ ਇਹ ਖਾਣਾ ਕਿਸ ਤਰ੍ਹਾਂ ਖਾਂਦੇ ਹਾਲੇ ਕਿ ਉਹ ਤੁਹਾਡੇ ਸਿਲੇਬਸ ਦੇ ਵਿੱਚ ਮੇਰੇ ਖਿਆਲ ਨਹੀਂ ਹੈਗਾ ਪਰ ਮੈਂ ਤਾਂ ਵੀ ਤੁਹਾਨੂੰ ਸਮਝਾ ਦੂੰਗੀ ਉਹ ਕੋਈ ਨਹੀਂ ਜ਼ਿਆਦਾ ਨੌਲੇਜ ਚੰਗੀ ਹੁੰਦੀ ਹੈ ਨਾ अगो कहते you will be surprised to know that organism with billion of cells begins life as a single cell which is fertilized egg जिवें मान लो असीं कह लैंदे आ ह्यूमनस ही है ह्यूमनस दे विच किन्ने सारे सैल्स है मान लो असीं कोई एनीमल ले लैंदे है ना एनीमल्स दे विच किन्ने सारे सैल्स हुंदे आ तां ही सानूं दिखदा पर कहंदे कि शुरू दे विच ओह एक सैल दा बने शुरू दे विच ओह बहुत सारे सैल्स दा बनिया होगा नहीं ਉਹਦੀ ਜਿਹੜੀ ਲਾਈਫ ਦੀ ਸ਼ੁਰੂਆਤ ਹੈ ਨਾ ਉਹ ਸਿੰਗਲ ਸੈੱਲ ਤੋਂ ਹੋਈ ਹੋਏਗੀ ਮਤਲਬ ਸ਼ੁਰੂ ਦੇ ਵਿੱਚ ਕੀ ਹੋਇਆ ਹੋਊਗਾ ਉਹਦੇ ਵਿੱਚ ਇੱਕੋ ਸੈੱਲ ਹੋਊਗਾ ਛੋਟਾ ਜਿਹਾ ਇੱਕੋ ਸੈੱਲ ਹੋਏਗਾ ਠੀਕ ਹੈ ਸੈੱਲ ਵੈਸੇ ਸਫੇਰੀਕਲ ਜਿਹਾ ਹੁੰਦਾ ਕੋਈ ਸ਼ੇਪ ਨਹੀਂ ਹੁੰਦੀ ਸੈੱਲ ਦੀ ਸ਼ੇਪ ਜਿਹੜੀ ਉਹ ਥੋੜ੍ਹੀ ਬਹੁਤੀ ਚੇਂਜ ਕਰ ਲੈਂਦਾ ਇਹ ਸੈੱਲ ਦੀ ਫਰਟੀਲਾਈਜੇਸ਼ਨ ਹੋ ਗਈ ਹੋਏਗੀ ਉਹ ਤੁਹਾਨੂੰ ਵੱਡੀ ਕਲਾਸਾਂ ਦੇ ਵਿੱਚ ਪੜ੍ਹਾਇਆ ਜਾਵੇਗਾ ਜਦੋਂ ਇਹ ਸੈੱਲ ਫਰਟੀਲਾਈਜ਼ਡ ਹੋ ਜਾਵੇਗਾ ਉਹ ਸੈੱਲ ਨੇ ਆਪਣਾ ਨੰਬਰ ਜਿਹੜਾ ਇੰਕਰੀਜ਼ ਕਰਨਾ ਹੈ ਜਿਵੇਂ ਇਹ ਸੈੱਲ ਹੀ ਇਹਦੀ ਫਰਟੀਲਾਈਜੇਸ਼ਨ ਹੋ ਗਈ ਇਹਨੇ ਇੱਕ ਸੈੱਲ ਨੇ ਕੀ ਬਣਾ ਲਏ ਦੋ ਸੈੱਲ ਇਹ ਦੋ ਤੋਂ ਬਾਅਦ ਕੀ ਬਣ ਜੂਗਾ ਚਾਰ ਤੋਂ ਅੱਗੇ ਵੱਧ ਜਾਏਗਾ 6 8 ਇਸ ਤਰ੍ਹਾਂ ਨੰਬਰ ਜਿਹੜਾ ਉਹ ਵਧਾਈ ਜਾਏਗਾ ਐਂਡ 'ਤੇ ਇਹ ਕੀ ਬਣ ਜਾਏਗਾ ਇੱਕ ਔਰਗੈਨਿਜ਼ਮ ਜਿਵੇਂ ਅਸੀਂ ਇੱਕ ਆਂਡਾ ਵੇਖਦੇ ਹਾਂ ਆਂਡਾ ਜਿਹੜਾ ਹੈ ਉਹ ਆਂਡੇ ਤੋਂ ਕੀ ਬਣ ਜਾਂਦਾ ਹੈ ਆਂਡਾ ਵੈਸੇ ਇੱਕ ਸੈੱਲ ਹੁੰਦਾ ਉਹਦੇ ਵਿੱਚ ਉਹਦਾ ਖਾਣਾ ਹੁੰਦਾ ਪਰ ਜਿਹੜਾ ਫਰਟੀਲਾਈਜ਼ਡ ਐਗ ਹੁੰਦਾ ਜਿਵੇਂ ਦੇਸੀ ਆਂਡਾ ਫਰਟੀਲਾਈਜ਼ਡ ਐਗ ਹੁੰਦਾ ਉਹਦੇ ਤੋਂ ਕੀ ਨਿਕਲ ਆਉਂਦਾ ਹੈ ਚੂਜ਼ਾ ਕਿਉਂਕਿ ਉਹਦੇ ਅੰਦਰ ਕੀ ਹੁੰਦਾ ਹੈ ਜਿਹੜਾ ਸੈੱਲ ਹੁੰਦਾ ਹੈ ਉਹ ਆਪਣਾ ਨੰਬਰ ਜਿਹੜਾ ਹੈ ਉਹ ਇੰਕਰੀਜ਼ ਕਰੀ ਜਾਂਦਾ 1 ਤੋਂ 2 2 ਤੋਂ 4 4 ਤੋਂ 6 8 ਇਸ ਤਰ੍ਹਾਂ ਕਰਕੇ ਉਹ ਇੱਕ ਚੂਜ਼ਾ ਬਣ ਜਾਂਦਾ ਹੈ ਠੀਕ ਹੈ ਫਰਟੀਲਾਈਜ਼ਡ ਐਗ ਜਿਹੜਾ ਸੈੱਲ ਜਦੋਂ ਨੰਬਰ ਮਲਟੀਪਲਾਈ ਕਰੂਗਾ ਸੈੱਲ ਦਾ ਨੰਬਰ ਇੰਕਰੀਜ਼ ਹੋ ਜਾਏਗਾ ਅਤੇ ਉਹਦੀ ਡਿਵੈਲਪਮੈਂਟ ਹੋਏਗੀ ਉਹਦੇ ਅੰਦਰ ਔਰਗਨਸ ਬਣਨੇ ਸਟਾਰਟ ਹੋ ਜਾਣਗੇ ਉਹਦੇ ਅੰਦਰ ਜਦੋਂ ਸਾਰਾ ਔਰਗਨ ਸਿਸਟਮ ਤਿਆਰ ਹੋ ਜਾਏਗਾ ਉਹਦੀ ਪੂਰੀ ਬੋਡੀ ਤਿਆਰ ਹੋ ਜਾਏਗੀ ਫਿਰ ਉਹ ਚੂਜ਼ਾ ਬਾਹਰ ਆ ਜਾਂਦਾ ਹੁਣ ਕਹਿੰਦੇ ਔਰਗੈਨਿਜ਼ਮਸ ਜਿਹੜੇ ਆ ਉਹ ਕਈ ਸਿੰਗਲ ਸੈੱਲ ਦੇ ਵੀ ਬਣੇ ਹੁੰਦੇ ਆ ਉਹਨਾਂ ਨੂੰ ਹੀ ਕੀ ਕਹਿ ਦਿੰਦੇ ਆ ਯੂਨੀਸੈਲੂਲਰ ਔਰਗੈਨਿਜ਼ਮ ਜਿਹੜੇ ਬਹੁਤ ਸਾਰੇ ਸੈੱਲਸ ਤੋਂ ਬਣੇ ਹੁੰਦੇ ਆ ਉਹਨਾਂ ਨੂੰ ਹੀ ਕੀ ਕਹਿ ਦਿੰਦੇ ਆ ਮਲਟੀ ਸੈਲੂਲਰ ਮਲਟੀ ਮਤਲਬ ਮੈਨੀ ਸੈਲੂਲਰ ਮਤਲਬ ਸੈੱਲ ਅਤੇ ਜਿਹੜੇ ਇੱਕੋ ਸੈੱਲ ਤੋਂ ਬਣੇ ਹੁੰਦੇ ਆ ਉਹਨਾਂ ਨੂੰ ਹੀ ਕੀ ਕਹਿ ਦਿੰਦੇ ਆ ਯੂਨੀਸੈਲੂਲਰ ਯੂਨੀ ਮਤਲਬ ਵਨ ਸੈਲੂਲਰ ਮਤਲਬ ਸੈੱਲ ਇਹਦੇ ਵਿੱਚ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਅਮੀਬਾ ਅਤੇ ਪੈਰਾਮੀਸ਼ੀਅਮ ਹੁਣ ਵੇਖੋ ਦੋਨੇ ਇੱਕੋ ਸੈੱਲ ਦੇ ਬਣੇ ਹੋਏ ਆ ਹੈ ਨਾ ਇਹਦੇ ਵਿੱਚ ਵੀ ਇੱਕ ਸੈੱਲ ਹੈ ਇਹਦੇ ਵਿੱਚ ਵੀ ਇੱਕ ਸੈੱਲ ਹੈ ਇਹਨਾਂ ਦੀ ਬੋਡੀ ਜਿਹੜੀ ਆ ਇੱਕੋ ਸੈੱਲ ਦੀ ਬਣੀ ਹੋਈ ਆ ਪਰ ਇਹਨਾਂ ਦੀ ਸ਼ੇਪ ਵੇਖੋ ਕਿੰਨੀ ਡਿਫਰੈਂਟ ਹੈਗੀ ਆ ਇਹਦੇ ਉੱਤੇ ਜਿਹੜੇ ਧਾਗੇ ਪ੍ਰੈਜ਼ੈਂਟ ਹੈ ਨਾ ਇਹਨਾਂ ਨੂੰ ਅਸੀਂ ਕਹਿੰਦੇ ਆ ਸੀਲੀਆ ਇਹਦੇ ਕੋਈ ਪੈਰ ਨਹੀਂ ਗਏ ਇਸ ਕਰਕੇ ਇਹ ਸੀਲੀਆ ਹੀ ਇਹਨਾਂ ਦੀ ਤੁਰਨ ਦੇ ਵਿੱਚ ਮਦਦ ਕਰਦੇ ਆ ਹਿੱਲ ਕੇ ਜਿੱਧਰ ਜਾਣਾ ਹੁੰਦਾ ਨਾ ਇਹਨੇ ਉਧਰ ਸੀਲੀਆ ਦੀ ਜ਼ਿਆਦਾ ਮੂਵਮੈਂਟ ਹੋ ਲਾ ਪੈਂਦੀ ਆ ਇਹਦੇ ਵੀ ਪੈਰ ਨਹੀਂ ਗਏ ਪਰ ਇਹਦੇ ਵਿੱਚ ਆ ਜਿਹੜਾ ਹੈਗਾ ਨਾ ਇਹਦਾ ਜਿਹੜੇ ਆਸੇ ਪਾਸੇ ਆ ਯੂ ਸ਼ੇਪ ਜਿਹਾ ਬਣਿਆ ਹੋਇਆ ਇਹਦੇ ਬੋਡੀ ਦਾ ਹੈ ਨਾ ਡਿਜ਼ਾਈਨ ਜੇ ਇਹ ਇਹਨਾਂ ਦੀ ਹਿਲ ਜੁਲ ਕਾਰਨ ਇਹ ਅਮੀਬਾ ਜਿਹੜਾ ਅੱਗੇ ਜਾਂਦਾ ਹੈ ਅਮੀਬਾ ਆਮ ਹੀ ਗੰਦਗੀ ਜਿੱਥੇ ਹੁੰਦੀ ਆ ਉੱਥੇ ਪ੍ਰੈਜ਼ੈਂਟ ਹੁੰਦਾ ਹੈ ਇਹ ਆਮ ਹੀ ਨਾਲੀਆਂ ਦੇ ਲਾਗੇ ਜਿਹੜਾ ਪ੍ਰੈਜ਼ੈਂਟ ਹੁੰਦਾ ਹੈ ਮਾਈਕਰੋਸਕੋਪ ਦੇ ਅੰਡਰ ਇਹਨੂੰ ਬੜਾ ਵਧੀਆ ਵੇਖ ਸਕਦੇ ਆ ਕਹਿੰਦੇ ਸਿੰਗਲ ਸੈੱਲ ਦੇ ਜਿਹੜਾ ਔਰਗੈਨਿਜ਼ਮ ਆ ਨਾ ਉਹ ਸਾਰੇ ਨੈਸੈਸਰੀ ਫੰਕਸ਼ਨਸ ਜਿਹੜੇ ਆ ਉਹਦੇ ਵਿੱਚ ਹੁੰਦੇ ਆ ਨੈਸੈਸਰੀ ਫੰਕਸ਼ਨਸ ਕਿਹੜੇ ਹੁੰਦੇ ਹੋਣਗੇ ਜਿਵੇਂ ਉਹ ਖਾਣਾ ਉਹਦਾ ਹੈ ਨਾ ਉਹਦੇ ਸਾਹ ਲੈਣਾ ਉਹ ਸਾਰੇ ਹੁੰਦੇ ਆ ਉਹ ਸਾਰੇ ਫੰਕਸ਼ਨ ਜਿਹੜੇ ਮਲਟੀ ਸੈਲੂਲਰ ਔਰਗੈਨਿਜ਼ਮਸ 'ਚ ਹੁੰਦੇ ਆ ਨਾ ਉਹ ਸਾਰੇ ਹੀ ਸਿੰਗਲ ਸੈੱਲ ਦੇ ਵਿੱਚ ਵੀ ਹੋਣਗੇ ਬਸ ਉਹਦੇ ਕੰਮ ਕਰਨ ਦਾ ਤਰੀਕਾ ਬਦਲ ਜਾਵੇਗਾ ਉਹਦੇ ਵਿੱਚ ਲੰਗਸ ਨਹੀਂ ਹੋਣਗੇ ਉਹ ਹੋਰ ਤਰ੍ਹਾਂ ਸਾਹ ਲਵੇਗਾ ਉਹ ਡਾਇਰੈਕਟ ਏਅਰ ਦੇ ਨਾਲ ਕੋਂਟੈਕਟ ਕਰ ਲਏਗਾ ਹੈ ਨਾ ਇੱਥੋਂ ਉਹਦੇ ਸਿੱਧਾ ਡਾਇਰੈਕਟ ਏਅਰ ਦਾ ਕੋਂਟੈਕਟ ਹੋ ਜਾਏਗਾ ਅਤੇ ਜਿਵੇਂ ਇਹਨੇ ਖਾਣਾ ਹੈ ਹੁਣ ਇਹਦਾ ਮੂੰਹ ਨਹੀਂ ਹੈਗਾ ਇਹਦੇ ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਦੱਸਦੀ ਹਾਂ ਇਹਨੇ ਕੀ ਕਰਨਾ ਜਿਵੇਂ ਮੰਨ ਲਓ ਇੱਥੇ ਖਾਣਾ ਪਿਆ ਹੈ ਅਤੇ ਜਿਵੇਂ ਆ ਵੇਖੋ ਆ ਬਾਹਰ ਪਿਆ ਵਾ ਖਾਣਾ ਆ ਕੀ ਗਏ ਅਮੀਬਾ ਠੀਕ ਹੈ
ਹੁਣ ਆ ਜਿਹਦੇ ਨਾਲ ਉਹਨੇ ਕਰਨਾ ਹੈ ਨਾ ਖਾਣਾ ਅੰਦਰ ਲੈ ਕੇ ਜਾਣਾ ਹੈ, ਇਹਨਾਂ ਨੂੰ ਅਸੀਂ ਕੀ ਕਹਿੰਦੇ ਆ ਸੂਡੋਪੋਡੀਆ। ਸੂਡੋਪੋਡੀਆ ਇਹਨਾਂ ਨੂੰ ਅਸੀਂ ਫਾਲਸ ਫੁੱਟ ਵੀ ਕਹਿ ਦਿੰਦੇ ਹਾਂ, ਕਿਉਂਕਿ ਅਸਲੀ 'ਚ ਪੈਰ ਨਹੀਂ ਹੁੰਦੇ ਪਰ ਪੈਰ ਦੀ ਤਰ੍ਹਾਂ ਹੀ ਕੰਮ ਕਰਦੇ ਆ। ਇਹਨਾਂ ਨੇ ਕੀ ਕਰਨਾ, ਖਾਣੇ ਨੂੰ ਆਸੇ ਪਾਸੇ ਘੇਰਾ ਪਾ ਲੈਣਾ। ਜਦੋਂ ਉਹਨਾਂ ਨੇ ਘੇਰਾ ਪਾ ਲਿਆ, ਉਹ ਫੂਡ ਵੈਕਿਊਲ ਜਿਹੜਾ ਵੀ ਖਾਣਾ ਹੈ ਨਾ ਉਹ ਅੰਦਰ ਜਾ ਕੇ ਇੱਕ ਵੈਕਿਊਲ ਬਣ ਜਾਂਦੀ ਹੈ। ਵੈਕਿਊਲ ਉਹਦੇ ਸਰੀਰ ਦੇ ਅੰਦਰ ਜਾਏਗੀ ਅਤੇ ਉਹ ਵੈਕਿਊਲ ਕਿਹੜੀ ਕੀ ਆ, ਫੂਡ, ਕਿਉਂਕਿ ਉਹਦੇ ਅੰਦਰ ਕੀ ਪ੍ਰੈਜੈਂਟ ਹੈ, ਫੂਡ। ਵੈਕਿਊਲ ਮਤਲਬ ਖਾਲੀ ਥਾਂ, ਠੀਕ ਹੈ, ਅਤੇ ਉਹਦੇ ਅੰਦਰ ਕੀ ਪ੍ਰੈਜੈਂਟ ਆ, ਫੂਡ। ਹੁਣ ਉਹ ਖਾਣਾ ਜਿਹੜਾ ਨਾ ਉਹਨੇ ਉਹਦੀ ਡਾਈਜੈਸ਼ਨ ਜਿਹੜੀ ਹੈ ਸਟਾਰਟ ਹੋਣ ਲੱਗ ਪਣੀ। ਇਹਦੇ ਵਿੱਚ ਐਨਜ਼ਾਈਮਸ ਪ੍ਰੈਜੈਂਟ ਹੁੰਦੇ ਆ ਜਿਨ੍ਹਾਂ ਨੇ ਡਾਈਜੈਸ਼ਨ ਜਿਹੜੀ ਸਟਾਰਟ ਕਰਨੀ। ਹੁਣ ਜਿਹੜਾ ਉਹਨੂੰ ਖਾਣਾ ਚਾਹੀਦਾ ਉਹਨੇ ਲੈ ਲੈਣਾ, ਵੇਸਟ ਮਟੀਰੀਅਲ ਉਹਨੇ ਇਸ ਤਰ੍ਹਾਂ ਹੀ, ਜਿਵੇਂ ਆ ਸਾਈਕਲ ਆਇਆ ਨਾ, ਇਸ ਤਰ੍ਹਾਂ ਹੀ ਇਹਨੇ ਬਾਹਰ ਇੱਥੋਂ ਜਿਵੇਂ ਇਹਨੇ ਅੰਦਰ ਲਿੱਤਾ ਸੀ, ਇਸ ਤਰ੍ਹਾਂ ਹੀ ਇਹਨੇ ਬਾਹਰ ਕੱਢ ਦੇਣਾ। ਇਸ ਤਰ੍ਹਾਂ ਇਹਨੇ ਡਾਈਜੈਸ਼ਨ ਕਰਨੀ। ਹੁਣ ਨਾ ਇਹਦੇ ਵਿੱਚ ਪੇਟ ਹੈਗਾ, ਨਾ ਇਹਦੇ ਵਿੱਚ ਮੂੰਹ ਹੈਗਾ, ਕੁਛ ਨਹੀਂ, ਪਰ ਇਹਨੇ ਖਾਣਾ ਆਪਣਾ ਖਾ ਲਿਆ। ਇਸ ਤਰ੍ਹਾਂ ਹੀ ਇਹਨੇ ਏਅਰ ਦੇ ਕੋਂਟੈਕਟ ਵਿੱਚ ਸਿੱਧਾ ਆਪਣੇ ਇੱਧਰ ਛੋਟੇ ਛੋਟੇ ਪੋਰਸ ਹੁੰਦੇ ਨੇ, ਸਿੱਧਾ ਹੀ ਹਵਾ ਲੈਣੀ ਅਤੇ ਆਕਸੀਜਨ ਲੈ ਕੇ ਇਹਨੇ ਬਾਕੀ ਗੈਸਿਸ ਜਿਹੜੀਆਂ ਉਹ ਬਾਹਰ ਛੱਡ ਦੇਣੀਆਂ, ਠੀਕ ਹੈ। ਹੁਣ ਸਿੰਗਲ ਸੈਲਡ ਔਰਗੈਨਿਜ਼ਮ ਜਿਵੇਂ ਕਹਿੰਦੇ ਅਮੀਬਾ ਵੇਖਿਆ, ਕੈਪਚਰ ਐਂਡ ਡਾਈਜੈਸਟ ਫੂਡ। ਅਸੀਂ ਵੇਖਿਆ ਨਹੀਂ ਕਿਸ ਤਰ੍ਹਾਂ ਖਾਣਾ ਖਾਦਾ, ਰੈਸਪਾਇਰ ਵੀ ਕਰਦਾ, ਐਕਸਕ੍ਰੀਟ ਵੀ ਕਰਦਾ, ਵੱਧਦਾ ਵੀ ਹੈ, ਗਰੋ ਵੀ ਕਰਦਾ ਅਤੇ ਰੀਪਰੋਡਿਊਸ ਵੀ ਕਰਦਾ। ਆਪਣੇ ਵਰਗੇ ਹੋਰ ਅਮੀਬਾ ਵੀ ਪੈਦਾ ਕਰਦਾ। ਪਤਾ ਕਿਸ ਤਰ੍ਹਾਂ ਪੈਦਾ ਕਰਦਾ, ਇਹ ਟਾਈਮ ਆਉਣ 'ਤੇ ਆਪਣੇ ਹੌਲੀ ਹੌਲੀ ਬਾਈਨਰੀ ਫਿਜ਼ਨ ਕਰ ਲੈਂਦਾ। ਇਹ ਇੱਕ ਅਮੀਬਾ ਤੋਂ 2 ਅਮੀਬਾ ਜਿਹੜੇ ਬਣ ਜਾਂਦੇ ਆ, ਇਹ ਆਪਣੀ ਡਿਵੀਜ਼ਨ ਕਰ ਲੈਂਦਾ ਖੁਦ ਬ ਖੁਦ ਟਾਈਮ ਆਉਣ 'ਤੇ, ਜਦੋਂ ਇਹ ਮੈਚਿਓਰ ਹੋ ਜਾਂਦਾ, ਠੀਕ ਹੈ। ਅਤੇ ਕਈ ਵਾਰੀ ਜ਼ਿਆਦਾ ਹਿੱਸੇ ਵੀ ਕਰ ਲੈਂਦਾ, ਮਲਟੀਪਲ ਫਿਜ਼ਨ ਵੀ ਹੋ ਜਾਂਦੀ ਹੈ। ਕਹਿੰਦੇ ਸਿਮਿਲਰ ਫੰਕਸ਼ਨਸ ਇਨ ਮਲਟੀਸੈਲਰ ਔਰਗੈਨਿਜ਼ਮਸ ਆਰ ਕੈਰੀਡ ਆਊਟ ਬਾਏ ਗਰੁੱਪ ਆਫ ਸਪੈਸ਼ਲਾਈਜ਼ਡ ਸੈੱਲ ਫੋਰਮਿੰਗ ਡਿਫਰੈਂਟ ਟਿਸ਼ੂ। ਇਹੀ ਫੰਕਸ਼ਨ ਜਿਹੜੇ ਮਲਟੀਸੈਲਰ ਔਰਗੈਨਿਜ਼ਮਸ ਦੇ ਵਿੱਚ ਟਿਸ਼ੂ ਜਿਹੜੇ ਆ ਉਹ ਕੰਮ ਕਰਦੇ ਆ, ਜਿਹੜੇ ਕਿ ਟਿਸ਼ੂਜ਼ ਕੀ ਹੁੰਦੇ ਆ, ਸਪੈਸ਼ਲਾਈਜ਼ਡ ਸੈੱਲਸ ਹੁੰਦੇ ਆ, ਅਤੇ ਟਿਸ਼ੂ ਕੀ ਬਣਾ ਦਿੰਦੇ ਆ, ਔਰਗਨ ਬਣਾ ਦਿੰਦੇ ਆ, ਜਿਵੇਂ ਅਸੀਂ ਸਟਾਰਟਿੰਗ ਦੇ ਵਿੱਚ ਹੀ ਵੇਖਿਆ ਸੀ, ਹੈ ਨਾ। ਅੱਗੋਂ ਸ਼ੇਪ ਆਫ ਸੈੱਲਸ ਜਿਹੜੇ ਆ ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ, ਠੀਕ ਹੈ।